ਪੰਜਾਬੀ ਲਾਇਬ੍ਰੇਰੀ ਤੇ ਮਨਪ੍ਰੀਤ ਰਤੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਅੱਜ ਦੀ ਜੋ ਕਹਾਣੀ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗੀ ਉਸ ਦਾ ਨਾਮ ਹੈ ਗਵਾਚਿਆ ਖਾਬ। ਅੱਜ ਉਸ ਦਾ ਪਹਿਲਾ ਭਾਗ ਪੜ੍ਹਾਂਗੇ ਤੇ ਇਸ ਕਹਾਣੀ ਨੂੰ ਲਿਖਿਆ ਹੈ ਮਨਪ੍ਰੀਤ ਸਿੱਧੂ ਜੀ ਨੇ। ਬਠਿੰਡਾ ਤੋਂ ਤਲਵੰਡੀ ਜਾਂਦੀ ਬੱਸ ਵਿੱਚ ਭੱਜ ਕੇ ਚੜ੍ਹੀ ਜੱਸੀ ਦਾ ਸਾਹ ਚੜ੍ਹਿਆ ਹੋਇਆ ਸੀ। ਭੀੜ ਭਰੀ ਬੱਸ ਵਿੱਚ ਜੱਸੀ ਨੂੰ ਬੱਸ ਦੇ ਵਿਚਾਲੇ ਜਿਹੇ ਸੀਟ ਮਿਲ ਗਈ। ਆਪਣੀ ਧੀ ਮੰਨੂ ਨੂੰ ਲੈ ਕੇ ਜੱਸੀ ਸੀਟ ਤੇ ਬੈਠ ਗਈ। ਜੱਸੀ ਪਤਲੀ ਜਿਹੇ ਆਮ ਜਿਹੇ ਘਰ ਦੀ ਕੁੜੀ, ਜਿਸ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦੀ ਇੱਕ ਧੀ ਹੈ ਜਿਸ ਦਾ ਨਾਮ ਉਸਨੇ ਮੰਨੂ ਰੱਖਿਆ ਸੀ। ਉਸਦੇ ਘਸੇ ਜਿਹੇ ਕੱਪੜੇ ਪਾਏ ਸਨ ਜੋ ਉਸਦੀ ਗਰੀਬੀ ਦਾ ਝਲਕ ਦਿਖਾ ਰਹੇ ਸਨ। ਬੱਸ ਦਾ ਮਾਹੌਲ ਰੌਣਕ ਭਰਿਆ ਹੈ, ਪਰ ਜੱਸੀ ਦੇ ਚਿਹਰੇ ਤੇ ਉਦਾਸੀ ਪਸਰੀ ਹੋਈ ਹੈ ਅਤੇ ਉਹ ਨਿੱਕੀ ਨਿੱਕੀ ਗੱਲ ਤੇ ਮੰਨੂ ਨੂੰ ਝਿੜਕ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸਦੇ ਹਾਸੇ ਕਿਸੇ ਨੇ ਉਸ ਤੋਂ ਖੋਹ ਲਏ ਹੋਣ ਅਤੇ ਉਸਨੂੰ ਬਦਲੇ ਵਿੱਚ ਸਿਰਫ ਦੁੱਖ ਅਤੇ ਠੋਕਰਾਂ ਦਿੱਤੀਆਂ ਹੋਣ। ਜੱਸੀ ਆਪਣੇ ਪੇਕੀ ਆਪਣੇ ਪਿਤਾ ਨਾਲ ਆਪਣੇ ਤਲਾਕ ਬਾਰੇ ਗੱਲ ਕਰਨ ਗਈ ਸੀ, ਪਰ ਉਸਦੇ ਮਾਂ-ਬਾਪ ਨੇ ਉਲਟਾ ਉਸਨੂੰ ਹੀ ਸਮਝਾਉਣਾ ਸ਼ੁਰੂ ਕਰ ਦਿੱਤਾ ਸੀ। ਅੰਤ ਜੱਸੀ ਹਾਰ ਮੰਨ ਕੇ ਵਾਪਸ ਆਪਣੇ ਸਹੁਰੇ ਜਾ ਰਹੀ ਸੀ। ਉਸਨੂੰ ਇਸ ਗੱਲ ਦਾ ਗੁੱਸਾ ਸੀ ਕਿ ਲੋਕਾਂ ਦੇ ਡਰੋਂ ਉਸਦੇ ਮਾਂ-ਬਾਪ ਉਸਦਾ ਤਲਾਕ ਨਹੀਂ ਹੋਣ ਦੇ ਰਹੇ। ਬੱਸ ਰਸਤੇ ਵਿੱਚ ਇੱਕ ਅੱਡੇ ਤੇ ਰੁਕਦੀ ਹੈ, ਜਿੱਥੇ ਪਿਛਲੀ ਵਾਰੀ ਤੋਂ ਪ੍ਰਿਤਪਾਲ ਅਤੇ ਉਸਦਾ ਦੋਸਤ ਪ੍ਰੀਤ ਚੜ੍ਹਦੇ ਹਨ। ਪ੍ਰਿਤਪਾਲ ਇੱਕ ਲੰਬੇ ਕੱਦ ਦਾ ਮੁੰਡਾ ਹੈ ਜਿਸਨੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਹੈ ਅਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਉਸਦਾ ਦੋਸਤ ਪ੍ਰੀਤ, ਜੋ ਕਿ ਇੱਕ ਮਧਰੇ ਜਿਹੇ ਕੱਦ ਦਾ ਮੁੰਡਾ ਹੈ, ਬੱਸ ਦੀ ਲਾਸਟ ਸੀਟ ਤੇ ਬੈਠ ਜਾਂਦਾ ਹੈ ਅਤੇ ਪ੍ਰਿਤਪਾਲ ਸੀਟ ਲੱਭਦਾ ਹੋਇਆ ਬੱਸ ਦੇ ਅੱਗੇ ਵੱਲ ਨੂੰ ਵੱਧਦਾ ਹੈ। ਉਹ ਜੱਸੀ ਦੇ ਨਾਲ ਆ ਕੇ ਬੈਠ ਜਾਂਦਾ ਹੈ। ਉਹ ਜੱਸੀ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਪਰ ਜੱਸੀ ਦੇ ਚਿਹਰੇ ਤੇ ਕੋਈ ਭਾਵ ਨਹੀਂ ਸਨ, ਕਿਉਂਕਿ ਜੱਸੀ ਇਸ ਵਕਤ ਆਪਣੇ ਹੀ ਕ੍ਰੋਧ ਵਿੱਚ ਬੈਠੀ ਸੀ। ਪ੍ਰਿਤਪਾਲ ਉਸਨੂੰ ਬੁਲਾਉਣ ਦਾ ਯਤਨ ਕਰਦਾ ਹੈ, ਪਰ ਜੱਸੀ ਦਾ ਉਸ ਵੱਲ ਕੋਈ ਧਿਆਨ ਨਹੀਂ ਸੀ। ਫਿਰ ਪ੍ਰਿਤਪਾਲ ਵਿਅੰਗ ਕਰਦਾ ਹੋਇਆ ਬੋਲਦਾ ਹੈ, ਲੋਕ ਅੱਜ-ਕੱਲ੍ਹ ਆਪਣੇ ਕਾਲਜ ਦੇ ਦੋਸਤਾਂ ਨੂੰ ਹੀ ਨਹੀਂ ਪਹਿਚਾਣਦੇ। ਇਹ ਗੱਲ ਸੁਣ ਕੇ ਜੱਸੀ ਉਸ ਵੱਲ ਗੌਰ ਨਾਲ ਵੇਖਦੀ ਹੈ ਤਾਂ ਉਸਨੂੰ ਪਹਿਚਾਣ ਜਾਂਦੀ ਹੈ। ਜੱਸੀ ਉਸਨੂੰ ਇਹ ਕਹਿੰਦੇ ਹੋਏ ਉਸ ਤੋਂ ਮਾਫ਼ੀ ਮੰਗਦੀ ਹੈ ਕਿ ਉਸਦਾ ਧਿਆਨ ਨਹੀਂ ਸੀ। ਪ੍ਰਿਤਪਾਲ ਉਸ ਨਾਲ ਗੱਲਾਂ ਕਰ ਰਿਹਾ ਸੀ ਅਤੇ ਜੱਸੀ ਵੀ ਚਿਹਰੇ ਤੇ ਝੂਠੀ ਜਿਹੀ ਹਾਸੀ ਲੈ ਕੇ ਉਸਦੀਆਂ ਗੱਲਾਂ ਦਾ ਜਵਾਬ ਦਿੰਦੀ ਹੈ। ਉਂਝ ਜੱਸੀ ਉਸ ਤੋਂ ਆਪਣਾ ਆਪ ਲੁਕਾਉਣ ਦਾ ਯਤਨ ਕਰ ਰਹੀ ਸੀ, ਪਰ ਉਸਦਾ ਪਹਿਰਾਵਾ ਉਸਦੀ ਗਰੀਬੀ ਦਾ ਪ੍ਰਗਟਾਵਾ ਕਰ ਰਿਹਾ ਸੀ। ਉਹਨਾਂ ਦੀ ਇਹ ਗੱਲ ਚੱਲ ਹੀ ਰਹੀ ਸੀ ਕਿ ਪ੍ਰਿਤਪਾਲ ਨੂੰ ਪ੍ਰੀਤ ਆਵਾਜ਼ ਲਾਉਂਦਾ ਹੈ ਕਿ ਉਸਦੇ ਨਾਲ ਦੀ ਸੀਟ ਖਾਲੀ ਹੋ ਗਈ ਹੈ ਅਤੇ ਉਹ ਉਹਦੇ ਕੋਲ ਆ ਕੇ ਬੈਠ ਜਾਵੇ। ਪ੍ਰੀਤ ਦੀ ਆਵਾਜ਼ ਸੁਣ ਕੇ ਜੱਸੀ ਦੇ ਚਿਹਰੇ ਦੀ ਰੰਗਤ ਉੜ ਜਾਂਦੀ ਹੈ। ਜੱਸੀ ਇਸ ਆਵਾਜ਼ ਨੂੰ ਚੰਗੀ ਤਰ੍ਹਾਂ ਪਹਿਚਾਣਦੀ ਸੀ। ਉਸਦੀਆਂ ਅੱਖਾਂ ਸਾਹਮਣੇ ਇੱਕਦਮ ਇੱਕ ਦ੍ਰਿਸ਼ ਘੁੰਮਣ ਲੱਗਦਾ ਹੈ। ਉਹ ਦ੍ਰਿਸ਼ ਜਦੋਂ ਉਹ ਅਤੇ ਪ੍ਰੀਤ ਆਖਰੀ ਵਾਰ ਮਿਲੇ ਸੀ। ਜੱਸੀ ਨੂੰ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਹ ਪ੍ਰੀਤ ਨੂੰ ਛੱਡ ਕੇ ਜਾ ਰਹੀ ਸੀ ਤੇ ਪ੍ਰੀਤ ਇੱਕ ਥਾਵੇਂ ਖੜਾ ਉਸਨੂੰ ਦੇਖ ਰਿਹਾ ਸੀ। ਪ੍ਰਿਤਪਾਲ ਪ੍ਰੀਤ ਨੂੰ ਉਸ ਕੋਲ ਆਉਣ ਦਾ ਇਸ਼ਾਰਾ ਕਰਦਾ ਹੈ। ਪ੍ਰੀਤ ਉਸ ਕੋਲ ਆਉਂਦਾ ਹੈ ਤਾਂ ਉਸਦੀ ਨਜ਼ਰ ਜੱਸੀ ਤੇ ਪੈਂਦੀ ਹੈ। ਪ੍ਰੀਤ ਇੱਕਦਮ ਚੁੱਪ ਹੋ ਜਾਂਦਾ ਹੈ। ਉਹ ਇੱਕ ਬੁੱਤ ਵਾਂਗ ਖੜਾ ਜੱਸੀ ਨੂੰ ਦੇਖ ਰਿਹਾ ਸੀ। ਉਸਦੇ ਮੂੰਹੋਂ ਕੋਈ ਬੋਲ ਨਹੀਂ ਸੀ ਨਿਕਲ ਰਿਹਾ। ਪ੍ਰਿਤਪਾਲ ਦੀ ਆਵਾਜ਼ ਨਾਲ ਪ੍ਰੀਤ ਦੀ ਖਾਮੋਸ਼ੀ ਟੁੱਟੀ ਤਾਂ ਪ੍ਰੀਤ ਨੇ ਜੱਸੀ ਨੂੰ ਉਸਦਾ ਹਾਲ ਚਾਲ ਪੁੱਛਿਆ ਅਤੇ ਜੱਸੀ ਨੇ ਹਲਕੇ ਜਿਹੇ ਉਸਦਾ ਜਵਾਬ ਦਿੱਤਾ। ਜੱਸੀ ਲਈ ਪ੍ਰੀਤ ਨਾਲ ਨਜ਼ਰਾਂ ਮਿਲਾਉਣਾ ਔਖਾ ਹੋ ਰਿਹਾ ਸੀ। ਜੱਸੀ ਆਪਣੇ ਆਪ ਵਿੱਚ ਬਹੁਤ ਸ਼ਰਮਿੰਦਾ ਸੀ। ਉਸਨੂੰ ਆਪਣੀ ਕੀਤੀ ਗਲਤੀ ਦਾ ਪਛਤਾਵਾ ਸੀ, ਜਿਸ ਕਾਰਨ ਉਹ ਪ੍ਰੀਤ ਨਾਲ ਗੱਲ ਕਰਨ ਵਿੱਚ ਝਿਜਕ ਰਹੀ ਸੀ। ਜੱਸੀ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਦੀ ਗਰੀਬੀ ਭਰੀ ਹਾਲਤ ਉਸਨੂੰ ਪ੍ਰੀਤ ਦੀ ਨਜ਼ਰਾਂ ਵਿੱਚ ਨੀਚਾ ਦਿਖਾ ਰਹੀ ਹੋਵੇ ਅਤੇ ਪ੍ਰੀਤ ਉਸ ਤੋਂ ਉੱਚਾ ਹੋ ਗਿਆ ਹੋਵੇ। ਪ੍ਰੀਤ ਉਸਦੀ ਇਸ ਹਾਲਤ ਨੂੰ ਸਮਝ ਗਿਆ ਅਤੇ ਪ੍ਰਿਤਪਾਲ ਨੂੰ ਪਿੱਛੇ ਜਾ ਕੇ ਬੈਠਣ ਲਈ ਕਿਹਾ। ਪ੍ਰਿਤਪਾਲ ਉਸਨੂੰ ਕਹਿੰਦਾ ਹੈ ਕਿ ਉਹ ਥੋੜ੍ਹੀ ਦੇਰ ਵਿੱਚ ਆਉਂਦਾ ਹੈ ਅਤੇ ਪ੍ਰੀਤ ਪਿਛਲੀ ਸੀਟ ਵੱਲ ਵੱਧਦਾ ਹੈ।
ਪ੍ਰਿਤਪਾਲ ਜੱਸੀ ਦੀ ਧੀ ਨਾਲ ਖੇਡਣ ਲੱਗਦਾ ਹੈ। ਉਹ ਉਸ ਤੋਂ ਉਸਦਾ ਨਾਮ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਮੰਨੂ। ਇਹ ਨਾਮ ਸੁਣ ਕੇ ਪ੍ਰੀਤ ਇੱਕਦਮ ਪਿੱਛੇ ਮੁੜ ਕੇ ਵੇਖਦਾ ਹੈ ਅਤੇ ਉਸਦੀਆਂ ਅੱਖਾਂ ਵਿੱਚ ਨਮੀ ਆ ਜਾਂਦੀ ਹੈ, ਕਿਉਂਕਿ ਇਹ ਉਸਦਾ ਛੋਟਾ ਨਾਮ ਸੀ। ਪ੍ਰੀਤ ਬੱਸ ਦੀ ਆਖਰੀ ਸੀਟ ਤੇ ਜਾ ਬਹਿੰਦਾ ਹੈ। ਇੱਧਰ ਪ੍ਰਿਤਪਾਲ ਵੀ ਜੱਸੀ ਤੋਂ ਵਿਦਾ ਲੈਂਦਾ ਹੈ। ਉਹ ਜਾਂਦੇ ਹੋਏ ਜੱਸੀ ਨੂੰ ਆਪਣਾ ਨੰਬਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਜੱਸੀ ਉਸ ਨਾਲ ਟੱਚ ਵਿੱਚ ਰਹੇ। ਉਹ ਪ੍ਰੀਤ ਕੋਲ ਜਾ ਬਹਿੰਦਾ ਹੈ। ਇੱਧਰ ਜੱਸੀ ਵੀ ਖਾਮੋਸ਼ ਬੈਠੀ ਕੁਝ ਸੋਚ ਰਹੀ ਸੀ। ਉਹ ਯਾਦ ਕਰ ਰਹੀ ਸੀ ਆਪਣੇ ਬੀਤੇ ਵਕਤ ਨੂੰ, ਜਦੋਂ ਕਾਲਜ ਪੜ੍ਹਦੀ ਸੀ। ਉਸਨੂੰ ਆਪਣੇ ਸਾਰੇ ਦੋਸਤ ਯਾਦ ਆ ਰਹੇ ਸਨ। ਇਹਨਾਂ ਯਾਦਾਂ ਵਿੱਚ ਸਭ ਤੋਂ ਉੱਪਰ ਪ੍ਰੀਤ ਸੀ, ਜਿਸ ਨੂੰ ਉਹ ਪਿਆਰ ਕਰਦੀ ਸੀ। ਜੱਸੀ ਦੇ ਚਿਹਰੇ ਤੇ ਇੱਕ ਮਿੰਨੀ ਜਿਹੀ ਮੁਸਕਰਾਹਟ ਆਉਂਦੀ ਹੈ। ਉਸਨੂੰ ਇੱਕ ਘਟਨਾ ਯਾਦ ਆਉਂਦੀ ਹੈ ਜਦੋਂ ਪ੍ਰੀਤ ਨੇ ਕੰਟੀਨ ਵਿੱਚ ਬੈਠੇ ਨੇ ਮੇਜ਼ ਉੱਪਰ ਚੜ੍ਹ ਕੇ ਉਸ ਲਈ ਗਾਣਾ ਗਾਇਆ ਸੀ। ਉਸਦੇ ਮਨ ਵਿੱਚ ਉਹ ਗਾਣਾ ਵੱਜਣ ਲੱਗਦਾ ਹੈ, ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ, ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ। ਉਸਦੇ ਮਨ ਵਿੱਚ ਇਹ ਯਾਦਾਂ ਚੱਲ ਹੀ ਰਹੀਆਂ ਸਨ ਕਿ ਮੰਨੂ ਉਸਨੂੰ ਆਵਾਜ਼ ਮਾਰਦੀ ਹੈ ਕਿ ਉਸਨੇ ਟੌਫੀਆਂ ਲੈਣੀਆਂ ਹਨ। ਮੰਨੂ ਦੀ ਆਵਾਜ਼ ਸੁਣ ਕੇ ਜੱਸੀ ਦਾ ਯਾਦਾਂ ਦਾ ਸਫ਼ਰ ਟੁੱਟਦਾ ਹੈ ਅਤੇ ਉਹ ਦੇਖਦੀ ਹੈ ਕਿ ਬੱਸ ਵਿੱਚ ਟਾਫੀਆਂ ਵੇਚਣ ਵਾਲਾ ਇੱਕ ਪਿੰਡ ਦੇ ਪਹਿਲੇ ਅੱਡੇ ਤੋਂ ਚੜ੍ਹਿਆ ਹੈ, ਜਿਸ ਨੂੰ ਦੇਖ ਮੰਨੂ ਨੇ ਜੱਸੀ ਨੂੰ ਟੌਫੀਆਂ ਦਿਲਵਾਉਣ ਲਈ ਕਿਹਾ ਸੀ। ਜੱਸੀ ਮੰਨੂ ਨੂੰ ਟੌਫੀਜ਼ ਦਿਲਵਾਉਂਦੀ ਹੈ। ਜੱਸੀ ਦੇ ਚਿਹਰੇ ਤੇ ਮੁਸਕਰਾਹਟ ਫਿਰ ਤੋਂ ਗਾਇਬ ਹੋ ਜਾਂਦੀ ਹੈ ਅਤੇ ਇਸੇ ਤਰ੍ਹਾਂ ਉਸਦੀਆਂ ਯਾਦਾਂ ਉਸਦੇ ਮਨ ਵਿੱਚੋਂ ਅਲੋਪ ਹੋ ਜਾਂਦੀਆਂ, ਜਿਵੇਂ ਕੋਈ ਖ਼ੁਆਬ ਜ਼ਿੰਦਗੀ ਦੇ ਔਖਾਈਆਂ ਵਿੱਚ ਗਵਾਚ ਗਿਆ ਹੋਵੇ। ਕੁਝ ਵਕਤ ਬਾਅਦ ਬੱਸ ਜੱਸੀ ਦੇ ਸਹੁਰੇ ਪਿੰਡ ਰੁਕਦੀ ਹੈ। ਇਹ ਤਲਵੰਡੀ ਦੇ ਨੇੜੇ ਪੈਂਦਾ ਇੱਕ ਛੋਟਾ ਜਿਹਾ ਪਿੰਡ ਸੀ, ਜਿਸ ਦਾ ਨਾਮ ਜੀਵਨ ਸਿੰਘ ਵਾਲਾ ਸੀ। ਜੱਸੀ ਬੱਸ ਅੱਡੇ ਤੇ ਉਤਰ ਕੇ ਆਪਣੇ ਘਰ ਵੱਲ ਨੂੰ ਜਾਂਦੀ ਸਿੱਧੀ ਸੜਕ ਤੇ ਤੁਰ ਪੈਂਦੀ ਹੈ। ਰਸਤੇ ਵਿੱਚ ਜੱਸੀ ਨੂੰ ਕੁਝ ਲੋਕ ਕਿਸੇ ਦੀ ਅਰਥੀ ਲੈ ਕੇ ਜਾਂਦੇ ਦਿਖਾਈ ਦਿੰਦੇ ਹਨ। ਜੱਸੀ ਪਿੱਛੇ ਆਉਂਦੀਆਂ ਔਰਤਾਂ ਵਿੱਚੋਂ ਇੱਕ ਨੂੰ ਇਸ ਬਾਬਤ ਪੁੱਛਦੀ ਹੈ ਤਾਂ ਪਤਾ ਚੱਲਦਾ ਹੈ ਕਿ ਚਮਾਰਾਂ ਦਾ ਮੁੰਡਾ ਦੀਪਾ ਨਸ਼ੇ ਦਾ ਟੀਕਾ ਜ਼ਿਆਦਾ ਲੱਗਣ ਕਾਰਨ ਮੁੱਕ ਗਿਆ। ਦੀਪਾ 1 ਸਾਲਾਂ ਦਾ ਮੁੰਡਾ ਸੀ ਜੋ ਨੌਕਰੀ ਨਾ ਮਿਲਣ ਕਰਕੇ ਗਲਤ ਸੰਗਤ ਵਿੱਚ ਪੈ ਗਿਆ ਸੀ। ਉਸਦੇ ਪਿਤਾ ਦੀ ਸ਼ਰਾਬ ਪੀਣ ਦੇ ਆਦੀ ਸਨ ਅਤੇ ਨਿੱਕੇ ਉਮਰੇ ਹੀ ਦੀਪੇ ਦੇ ਘਰ ਦੀ ਜ਼ਿੰਮੇਵਾਰੀ ਦੀਪੇ ਤੇ ਪੈ ਗਈ ਸੀ। ਕੁਝ ਸਮੇਂ ਬਾਅਦ ਹੀ ਦੀਪਾ ਨਸ਼ਿਆਂ ਵਿੱਚ ਪੈ ਗਿਆ ਸੀ। ਇੰਨੇ ਵਿੱਚ ਜੱਸੀ ਦੇਖਦੀ ਹੈ ਕਿ ਦੀਪੇ ਦੀ ਮਾਂ ਘਰ ਦੇ ਗੇਟ ਮੂਹਰੇ ਗਲੀ ਵਿੱਚ ਬੈਠੀ ਹੁੰਦੀ ਹੈ। ਉਸਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ। ਉਸਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸਦਾ ਪੁੱਤ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਉਸਦਾ ਘਰ ਹੁਣ ਬਿਲਕੁਲ ਖਾਲੀ ਹੋ ਗਿਆ ਸੀ। ਜੱਸੀ ਹੌਲੀ-ਹੌਲੀ ਉਸ ਕੋਲ ਜਾਂਦੀ ਅਤੇ ਉਸਨੂੰ ਬੁਲਾਉਣ ਦਾ ਯਤਨ ਕਰਦੀ, ਪਰ ਦੀਪੇ ਦੀ ਮਾਂ ਕੋਈ ਜਵਾਬ ਨਹੀਂ ਦਿੰਦੀ। ਜੱਸੀ ਕੋਲੋਂ ਇੱਕ ਔਰਤ ਨੂੰ ਬੁਲਾ ਕੇ ਉਸਨੂੰ ਉਠਾਉਣ ਦਾ ਯਤਨ ਕਰਦੀ, ਪਰ ਉਹ ਸ਼ਾਇਦ ਹੁਣ ਹੋਸ਼ ਵਿੱਚ ਹੀ ਨਹੀਂ ਸੀ। ਜੱਸੀ ਅਤੇ ਉਹ ਔਰਤ ਉਸਨੂੰ ਉਠਾ ਕੇ ਘਰ ਵਿੱਚ ਇੱਕ ਕੁਰਸੀ ਤੇ ਬਿਠਾ ਦਿੰਦੇ ਹਨ ਅਤੇ ਪਿੰਡ ਦੀ ਇੱਕ ਔਰਤ ਡਾਕਟਰ ਨੂੰ ਬੁਲਾਉਣ ਚਲੀ ਜਾਂਦੀ ਹੈ। ਡਾਕਟਰ ਉਸਨੂੰ ਇੱਕ ਨੀਂਦ ਦਾ ਟੀਕਾ ਲਾ ਕੇ ਚਲੇ ਜਾਂਦਾ ਹੈ। ਜੱਸੀ ਕੁਝ ਸਮਾਂ ਉਸ ਕੋਲ ਬੈਠ ਕੇ ਆਪਣੇ ਘਰ ਵੱਲ ਨੂੰ ਤੁਰ ਪੈਂਦੀ ਹੈ। ਹਰ 2-3 ਮਹੀਨਿਆਂ ਵਿੱਚ ਪਿੰਡ ਵਿੱਚ ਕਿਸੇ ਨਾ ਕਿਸੇ ਦੀ ਮੌਤ ਨਸ਼ੇ ਕਾਰਨ ਹੋ ਜਾਂਦੀ ਸੀ। ਨਸ਼ਾ ਇਸ ਪਿੰਡ ਲਈ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਸੀ, ਪਰ ਇਸ ਦਾ ਹੱਲ ਕਿਸੇ ਕੋਲ ਵੀ ਨਹੀਂ ਸੀ। ਵੈਸੇ ਇਹ ਨਸ਼ੇ ਦਾ ਕੋਡ ਸਿਰਫ ਨਸ਼ੇੜੀ ਨੂੰ ਨਹੀਂ ਖਤਮ ਕਰਦਾ, ਇਹ ਇੱਕ ਪਰਿਵਾਰ ਨੂੰ ਖਤਮ ਕਰਦਾ ਹੈ ਅਤੇ ਇਸ ਸਮੇਂ ਵਿੱਚ ਇਹੋ ਹਾਲਤ ਸਾਰੇ ਪੰਜਾਬ ਦੇ ਬਣੇ ਹੋਏ ਹਨ। ਜੱਸੀ ਆਪਣੇ ਘਰ ਪਹੁੰਚਦੀ ਹੈ। ਘਰ ਪਹੁੰਚਣ ਤੇ ਜੱਸੀ ਵੇਖਦੀ ਹੈ ਕਿ ਉਸਦਾ ਪਤੀ ਘਰ ਵਿੱਚ ਕੁਝ ਲੱਭ ਰਿਹਾ ਹੈ। ਉਸਨੇ ਪੇਟੀਆਂ ਵਾਲੇ ਕਮਰੇ ਦਾ ਸਾਰਾ ਸਮਾਨ ਖਿਲਾਰ ਰੱਖਿਆ ਸੀ। ਜੱਸੀ ਗੁੱਸੇ ਨਾਲ ਉਸ ਵੱਲ ਵੱਧਦੀ ਹੈ ਅਤੇ ਉਸਨੂੰ ਰੋਕਣ ਦਾ ਯਤਨ ਕਰਦੀ ਹੈ, ਪਰ ਉਸਦਾ ਪਤੀ ਉਸਨੂੰ ਧੱਕਾ ਮਾਰ ਥੱਲੇ ਸੁੱਟ ਦਿੰਦਾ। ਅਸਲ ਵਿੱਚ ਜੱਸੀ ਦਾ ਪਤੀ ਰੂਪ ਪੈਸੇ ਲੱਭ ਰਿਹਾ ਸੀ।
ਰੂਪ ਇੱਕ 5.5 ਫੁੱਟ ਦਾ ਸੁੱਕਿਆ ਜਿਹਾ ਮੁੰਡਾ ਸੀ, ਜਿਸ ਦਾ ਸਾਰਾ ਸਰੀਰ ਨਸ਼ੇ ਨੇ ਖਤਮ ਕਰ ਦਿੱਤਾ ਸੀ। ਉਸਦੇ ਚਿਹਰੇ ਦਾ ਕਾਲਾਪਨ ਉਸੇ ਨਸ਼ੇੜੀ ਹੋਣ ਦੀ ਗਵਾਹੀ ਭਰਦਾ ਸੀ। ਉਸ ਕੋਲ ਚਿੱਟਾ ਲਾਉਣ ਲਈ ਪੈਸੇ ਨਹੀਂ ਸਨ। ਉਸਨੇ ਨਸ਼ੇ ਵਿੱਚ ਆਪਣੇ 5 ਕਿੱਲੇ ਜ਼ਮੀਨ ਵੀ ਵੇਚ ਦਿੱਤੇ ਸੀ। ਬਚਿਆ ਖੁਚਿਆ ਉਹਨਾਂ ਕੋਲ ਹੁਣ ਸਿਰਫ ਘਰ ਹੀ ਸੀ। ਪੈਸੇ ਨਾ ਮਿਲਣ 'ਤੇ ਉਹ ਜੱਸੀ ਨੂੰ ਗਾਲਾਂ ਕੱਢਣ ਲੱਗ ਜਾਂਦਾ, ਪਰ ਜੱਸੀ ਲਈ ਇਹ ਨਵਾਂ ਨਹੀਂ ਸੀ। ਉਸ ਨਾਲ ਹਰ ਰੋਜ਼ ਹੀ ਇਸ ਤਰ੍ਹਾਂ ਹੁੰਦੀ ਸੀ। ਰੂਪ ਉਸ ਨੂੰ ਗਾਲਾਂ ਕੱਢਦਾ ਹੋਇਆ ਘਰੋਂ ਬਾਹਰ ਚਲਾ ਜਾਂਦਾ ਹੈ। ਪਿੱਛੇ ਜੱਸੀ ਖਿਲਰਿਆ ਸਾਮਾਨ ਇਕੱਠਾ ਕਰਦੀ ਆਪਣੇ ਪੇਕਿਆਂ ਨੂੰ ਕੋਸ ਰਹੀ ਸੀ। ਕੁਝ ਉਲਾਂਬੇ ਰਹਿੰਦੇ ਮਾਏ, ਤੇਰੀ ਧੀ ਨੇ ਤੈਨੂੰ ਦੇਣੇ। ਜਿਹੜੇ ਘਰ ਤੈਂ ਤੋੜ ਦਿੱਤਾ, ਇੱਥੇ ਉਮਰਾਂ ਦੇ ਨੇ ਰੋਣੇ। ਉਹ ਕਹਿੰਦਾ ਸੀ ਮਾਲਕ ਕਿੱਲਿਆਂ ਦਾ, ਧੀ ਰਾਜ ਕਰੂਗੀ ਤੇਰੀ। ਛੰਦਰੇ ਵਿਚੋਲੇ ਨੇ ਨੀ ਮਾਏ, ਜੂਨ ਰੋਲਤੀ ਮੇਰੀ। ਬੇੜਾ ਨਸ਼ੇ ਵਿੱਚ ਗਰਕ ਹੋਇਆ, ਸਾਰੇ ਲੋਕ ਮਾਰਦੇ ਮਿਹਣੇ। ਕੁਝ ਉਲਾਂਬੇ ਰਹਿੰਦੇ ਮਾਏ, ਤੇਰੀ ਧੀ ਨੇ ਤੈਨੂੰ ਦੇਣੇ। ਇੱਕ ਗੱਲ ਕਹਿਣੀ ਬਾਬਲ ਨੂੰ, ਕਿਹਦਾ ਜੇਰਾ ਹੋ ਗਿਆ ਤੇਰਾ। ਕਿੱਲਿਆਂ ਨਾਲ ਵਿਆਹੀ ਤੂੰ, ਦਿੱਤਾ ਦਾਜ ਵੀ ਮੈਨੂੰ ਬਥੇਰਾ। ਸੋਚਿਆ ਨਹੀਂ ਸੀ ਬਾਬਲਾ, ਤੇ ਮੈਨੂੰ ਖੂਹ ਵਿੱਚ ਧੱਕਾ ਦੇਣਾ। ਮੋੜ ਲੈ ਜਾ ਇੱਥੋਂ ਬਾਬਲਾ, ਅੱਜ ਤਾਂ ਮੰਨ ਲੈ ਧੀ ਦਾ ਕਹਿਣਾ। ਇਸੇ ਤਰ੍ਹਾਂ ਹੀ ਨਿੱਤ ਦਾ ਕਲੇਸ਼ ਚੱਲਦਾ ਰਹਿੰਦਾ ਹੈ। ਰੂਪ ਦੇ ਨਸ਼ੇ ਦੀ ਲੱਤ ਨੇ ਸਾਰਾ ਘਰ ਖਤਮ ਕਰ ਦਿੱਤਾ ਸੀ। ਇਹਨਾਂ ਹਾਲਾਤਾਂ ਕਾਰਨ ਜੱਸੀ ਦੇ ਸੁਭਾਅ ਵਿੱਚ ਬਹੁਤ ਚਿੜਚਿੜਾ ਹੋ ਗਿਆ ਸੀ। ਉਹ ਹਰ ਵਕਤ ਖਿਜੀ ਜਿਹੀ ਰਹਿੰਦੀ ਸੀ। ਘਰ ਵਿੱਚ ਹੁਣ ਕੁਝ ਬਚਿਆ ਹੀ ਨਹੀਂ ਸੀ। ਰੂਪ ਨੇ ਘਰ ਦਾ ਲਗਭਗ ਸਾਰਾ ਕੁਝ ਹੀ ਵੇਚ ਦਿੱਤਾ ਸੀ। ਜੱਸੀ ਕੋਲ ਸਿਰਫ ਉਸਦਾ ਘਰ ਅਤੇ ਕੁਝ ਭਾਂਡੇ ਰਹਿ ਗਏ ਸਨ। ਘਰ ਵਿੱਚ ਰੋਟੀ ਵੀ ਮਸਾਂ ਹੀ ਪੱਕਦੀ ਸੀ, ਕਿਉਂਕਿ ਹੁਣ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਸੀ। ਮਾੜਾ ਮੋਟਾ ਜੋ ਪੈਸੇ ਜੱਸੀ ਪਿੰਡ ਦੇ ਵੱਡੇ ਘਰਾਂ ਵਿੱਚੋਂ ਪੋਚੇ ਲਾ ਕੇ ਕਮਾਉਂਦੀ ਸੀ, ਉਸ ਨਾਲ ਹੀ ਥੋੜ੍ਹਾ ਬਹੁਤ ਘਰ ਦਾ ਖਰਚ ਤੁਰਦਾ ਸੀ। ਪਰ ਰੂਪ ਇਹ ਪੈਸੇ ਵੀ ਕਦੇ-ਕਦੇ ਜੱਸੀ ਤੋਂ ਲੈ ਲੈਂਦਾ ਸੀ। ਇਸੇ ਤਰ੍ਹਾਂ ਹੀ ਚੱਲਦੇ-ਚੱਲਦੇ 1 ਮਹੀਨਾ ਬੀਤ ਗਿਆ। ਫਿਰ ਇੱਕ ਦਿਨ ਮੰਨੂ ਦੇ ਸਕੂਲ ਚਲੇ ਜਾਣ ਤੋਂ ਬਾਅਦ ਇੱਕ ਸੇਠ ਜੱਸੀ ਦੇ ਘਰ ਆਉਂਦਾ। ਜੱਸੀ ਸੇਠ ਨੂੰ ਦੇਖ ਕੇ ਸੋਚਾਂ ਵਿੱਚ ਪੈ ਜਾਂਦੀ ਹੈ। ਜੱਸੀ ਨੂੰ ਲੱਗ ਰਿਹਾ ਸੀ ਸੇਠ ਸ਼ਾਇਦ ਪੈਸੇ ਲੈਣ ਆਇਆ ਹੋਣਾ, ਜੋ ਰੂਪ ਨੇ ਉਸ ਤੋਂ ਫੜੇ ਹੋਣਗੇ। ਇੰਨੇ ਨੂੰ ਪਿੱਛੋਂ ਰੂਪ ਆ ਜਾਂਦਾ। ਉਹ ਜੱਸੀ ਨੂੰ ਸੇਠ ਲਈ ਪਾਣੀ ਲੈ ਕੇ ਆਉਣ ਲਈ ਕਹਿੰਦਾ ਹੈ। ਜੱਸੀ ਉਸ ਲਈ ਪਾਣੀ ਲੈ ਕੇ ਆਉਂਦੀ ਹੈ। ਰੂਪ ਉਸ ਸੇਠ ਨਾਲ ਪੈਸਿਆਂ ਸੰਬੰਧੀ ਗੱਲ ਕਰ ਰਿਹਾ ਸੀ, ਜੋ ਕਿ ਉਸਨੇ ਵਿਆਜ ਤੇ ਸੇਠ ਤੋਂ ਫੜੇ ਹੋਏ ਸਨ। ਰੂਪ ਸੇਠ ਨੂੰ ਘਰ ਦਿਖਾਉਣ ਲੱਗਦਾ ਹੈ। ਜੱਸੀ ਰੂਪ ਦੇ ਇਰਾਦੇ ਸਮਝ ਜਾਂਦੀ ਹੈ ਕਿ ਰੂਪ ਪੈਸੇ ਮੋੜਨ ਲਈ ਸੇਠ ਨੂੰ ਘਰ ਵੇਚ ਰਿਹਾ ਹੈ। ਜੱਸੀ ਕ੍ਰੋਧ ਨਾਲ ਭਰ ਜਾਂਦੀ ਹੈ ਅਤੇ ਉਹ ਰੂਪ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ। ਰੂਪ ਉਸ ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ, ਪਰ ਜੱਸੀ ਚੁੱਪ ਨਹੀਂ ਹੁੰਦੀ। ਅੰਤ ਸੇਠ ਜੱਸੀ ਦਾ ਇਹ ਵਰਤਾਵ ਦੇਖ ਕੇ ਉੱਥੋਂ ਜਾਣ ਲੱਗਦਾ ਅਤੇ ਜਾਂਦਾ ਹੋਇਆ ਉਹ ਰੂਪ ਨੂੰ ਧਮਕੀ ਦਿੰਦਾ ਹੈ ਕਿ ਜਾਂ ਤਾਂ ਉਹ ਉਸਦੇ ਪੈਸੇ ਵਾਪਸ ਕਰ ਦੇਵੇ ਜਾਂ ਫਿਰ ਇਹ ਘਰ ਉਸਨੂੰ ਵੇਚ ਦੇਵੇ। ਸੇਠ ਦੇ ਜਾਣ ਤੋਂ ਬਾਅਦ ਰੂਪ ਜੱਸੀ ਨੂੰ ਇੱਕ ਲੱਕੜ ਦੀ ਸੋਟੀ ਨਾਲ ਕੁੱਟਣ ਲੱਗਦਾ। ਜੱਸੀ ਉਸਦੇ ਵਾਰ ਨੂੰ ਰੋਕਣ ਦਾ ਅਸਮਰਥ ਯਤਨ ਕਰ ਰਹੀ ਸੀ, ਪਰ ਰੂਪ ਨੂੰ ਰੋਕਣਾ ਅਸੰਭਵ ਲੱਗ ਰਿਹਾ ਸੀ। ਜੱਸੀ ਨੂੰ ਜੀ ਭਰ ਕੇ ਕੁੱਟਣ ਤੋਂ ਬਾਅਦ ਰੂਪ ਘਰੋਂ ਬਾਹਰ ਚਲਾ ਜਾਂਦਾ ਹੈ। ਜੱਸੀ ਅਧਮਰੀ ਹਾਲਤ ਵਿੱਚ ਇੱਕ ਕਮਰੇ ਦੇ ਭੁੰਜੇ ਪਈ ਹੁੰਦੀ ਹੈ। ਪੀੜ ਨਾਲ ਉਸਦਾ ਸਾਰਾ ਸਰੀਰ ਦਰਦ ਕਰ ਰਿਹਾ ਸੀ। ਉਸ ਵਿੱਚ ਉੱਠਣ ਦੀ ਹਿੰਮਤ ਨਹੀਂ ਸੀ। ਕਾਫੀ ਸਮਾਂ ਜੱਸੀ ਇੰਝ ਹੀ ਪਈ ਰਹਿੰਦੀ ਹੈ ਤੇ ਫਿਰ ਆਪਣੇ ਆਪ ਨੂੰ ਸੰਭਾਲਦੇ ਹੋਏ ਜੱਸੀ ਖੜੀ ਹੁੰਦੀ ਹੈ। ਉਸਦੇ ਮਨ ਵਿੱਚ ਅਨੇਕਾਂ ਹੀ ਵਿਚਾਰ ਚੱਲ ਰਹੇ ਸਨ। ਸਰੀਰ ਦੀ ਪੀੜ ਅਤੇ ਮਨ ਦੇ ਦੁੱਖ ਨੇ ਉਸਨੂੰ ਆਪਣੀ ਜ਼ਿੰਦਗੀ ਖਤਮ ਕਰਨ ਲਈ ਮਜਬੂਰ ਕਰ ਦਿੱਤਾ ਸੀ। ਜੱਸੀ ਇੱਕ ਚੂਹੇ ਮਾਰਨ ਵਾਲੀ ਦਵਾਈ ਦੀ ਸ਼ੀਸ਼ੀ ਲੱਭਦੀ ਹੈ। ਉਸਦੇ ਮਨ ਵਿੱਚ ਲੱਖਾਂ ਹੀ ਵਿਚਾਰ ਚੱਲ ਰਹੇ ਹਨ। ਉਹ ਮਰਨਾ ਨਹੀਂ ਸੀ ਚਾਹੁੰਦੀ, ਪਰ ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਜੀ ਰਹੀ ਸੀ, ਉਸਨੂੰ ਮੌਤ ਹੀ ਜ਼ਿਆਦਾ ਆਸਾਨ ਲੱਗ ਰਹੀ ਸੀ। ਜੱਸੀ ਉਹ ਜ਼ਹਿਰ ਵਾਲੀ ਸ਼ੀਸ਼ੀ ਪੀ ਜਾਂਦੀ ਹੈ, ਜਿਸ ਤੋਂ ਕੁਝ ਸਮੇਂ ਬਾਅਦ ਹੀ ਜੱਸੀ ਤੜਫਣ ਲੱਗਦੀ ਹੈ। ਤੜਫ ਨਾਲ ਉਸਦਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਹੈ। ਉਸਦੇ ਮੂੰਹ ਵਿੱਚੋਂ
ਝੱਗ ਬਾਹਰ ਆਉਣ ਲੱਗਦੀ ਹੈ। ਇੰਨੇ ਨੂੰ ਜੱਸੀ ਦੀ ਧੀ ਮੰਨੂ ਘਰ ਆ ਜਾਂਦੀ ਹੈ। ਉਹ ਜੱਸੀ ਦੀ ਇਹ ਹਾਲਤ ਦੇਖ ਕੇ ਘਬਰਾ ਜਾਂਦੀ ਹੈ। ਉਸਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ। ਉਸੇ ਰੋਣ ਦੀ ਆਵਾਜ਼ ਸੁਣ ਕੇ ਗਵਾਂਢ ਵਿੱਚੋਂ ਇੱਕ ਔਰਤ ਭੱਜੀ ਭੱਜੀ ਉਹਨਾਂ ਦੇ ਘਰ ਆਉਂਦੀ ਹੈ। ਉਹ ਜੱਸੀ ਦੀ ਹਾਲਤ ਦੇਖ ਕੇ ਤੁਰੰਤ ਆਪਣੇ ਘਰ ਵੱਲ ਨੂੰ ਭੱਜਦੀ ਹੈ ਅਤੇ ਆਪਣੇ ਘਰ ਵਾਲੇ ਨੂੰ ਜੱਸੀ ਨੂੰ ਤੁਰੰਤ ਕਿਸੇ ਡਾਕਟਰ ਕੋਲ ਲਿਜਾਣ ਲਈ ਕਹਿੰਦੀ। ਉਸਦਾ ਘਰ ਵਾਲਾ ਤੁਰੰਤ ਗੱਡੀ ਕੱਢਦਾ ਹੈ ਅਤੇ ਉਹ ਜੱਸੀ ਨੂੰ ਹਸਪਤਾਲ ਲੈ ਜਾਂਦੇ ਹਨ। ਡਾਕਟਰ ਜੱਸੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹੁਣ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਡਾਕਟਰ ਪੁਲਿਸ ਨੂੰ ਬੁਲਾਉਂਦਾ ਹੈ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜੱਸੀ ਦੀ ਮੌਤ ਹੋ ਜਾਂਦੀ ਹੈ। ਪਰ ਜੱਸੀ ਦੇ ਗਵਾਂਢੀਆਂ ਦਾ ਬਿਆਨਾ ਤੇ ਜੱਸੀ ਦੇ ਘਰ ਵਾਲੇ ਤੇ ਜੱਸੀ ਨੂੰ ਤਸੀਹੇ ਦੇਣ ਅਤੇ ਉਸ ਨੂੰ ਮਾਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਹੁੰਦਾ ਹੈ ਅਤੇ ਪੁਲਿਸ ਰੂਪ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਜੱਸੀ ਦੀ ਮੌਤ ਤੋਂ ਬਾਅਦ ਅਤੇ ਰੂਪ ਦੀ ਗ੍ਰਿਫਤਾਰੀ ਤੋਂ ਬਾਅਦ ਮੰਨੂ ਦਾ ਕੋਈ ਵੀ ਨਹੀਂ ਬਚਦਾ। ਜੱਸੀ ਦੇ ਪੇਕੇ ਵੀ ਮੰਨੂ ਨੂੰ ਪਾਲਣ ਤੋਂ ਜਵਾਬ ਦੇ ਦਿੰਦੇ ਹਨ। ਅਖੀਰ ਵਿੱਚ ਮੰਨੂ ਨੂੰ ਇੱਕ ਸਰਕਾਰੀ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ, ਜਿੱਥੇ ਉਸਨੇ ਆਪਣੀ ਰਹਿੰਦੀ ਜ਼ਿੰਦਗੀ ਜੀਣੀ ਹੁੰਦੀ ਹੈ, ਜਿਸ ਦਾ ਕਿ ਹੁਣ ਕੋਈ ਵਜੂਦ ਨਹੀਂ ਸੀ। ਇੰਨੇ ਵਿੱਚ ਹੀ ਜੱਸੀ ਦੀ ਸੋਚ ਇੱਕ ਆਵਾਜ਼ ਨਾਲ ਜੁੜਦੀ ਹੈ। ਇਹ ਆਵਾਜ਼ ਜੱਸੀ ਦੇ ਘਰ ਦੇ ਗੇਟ ਦੀ ਸੀ। ਮੰਨੂ ਸਕੂਲ ਤੋਂ ਘਰੇ ਆ ਗਈ ਸੀ। ਜੱਸੀ ਦੇ ਹੱਥ ਵਿੱਚ ਹਲੇ ਵੀ ਜ਼ਹਿਰ ਦੀ ਸ਼ੀਸ਼ੀ ਫੜੀ ਹੋਈ ਸੀ ਅਤੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਹ ਉਸਦੀ ਮਰਨ ਪਿੱਛੋਂ ਜੱਸੀ ਦਾ ਜੋ ਹਾਲ ਹੋਵੇਗਾ, ਇਹ ਸੋਚ ਅੰਦਰੋਂ ਟੁੱਟ ਗਈ ਸੀ। ਉਸਦਾ ਹਿਰਦੇ ਅੰਦਰੋਂ ਕੰਬ ਗਿਆ ਸੀ। ਜੱਸੀ ਮੰਨੂ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਉਂਦੀ ਹੈ ਅਤੇ ਉਸਦੇ ਗਲ ਲੱਗ ਕੇ ਰੋਂਦੀ ਹੈ। ਮੰਨੂ ਨੂੰ ਕੋਈ ਸਮਝ ਨਹੀਂ ਆ ਰਹੀ ਹੁੰਦੀ ਕਿ ਉਸਦੀ ਮਾਂ ਕਿਉਂ ਰੋ ਰਹੀ ਹੈ। ਮੰਨੂ ਉਸਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਹੈ। ਜੱਸੀ ਕੁਝ ਸਮੇਂ ਬਾਅਦ ਚੁੱਪ ਕਰ ਜਾਂਦੀ ਹੈ, ਪਰ ਉਸਦੇ ਮਨ ਵਿੱਚ ਹਲੇ ਵੀ ਉਹੀਓ ਦ੍ਰਿਸ਼ ਘੁੰਮ ਰਿਹਾ ਸੀ ਜੋ ਉਸਦੇ ਮਨ ਦੀ ਉਪਜ ਸੀ। ਪਰ ਉਸਦੇ ਮਨ ਦੀ ਇਸ ਉਪਜ ਨੇ ਉਸਦੇ ਦਿਲ ਵਿੱਚੋਂ ਆਪਣੇ ਆਪ ਨੂੰ ਮਾਰਨ ਦਾ ਵਿਚਾਰ ਖਤਮ ਕਰ ਦਿੱਤਾ ਸੀ। ਜੱਸੀ ਆਪਣੇ ਕੋਲ ਪਈ ਜ਼ਹਿਰ ਦੀ ਸ਼ੀਸ਼ੀ ਨੂੰ ਬਾਹਰ ਸੁੱਟ ਆਉਂਦੀ ਹੈ। ਕੁਝ ਸਮੇਂ ਬਾਅਦ ਰੂਪ ਘਰ ਵਿੱਚ ਆਉਂਦਾ ਹੈ। ਉਹ ਜੱਸੀ ਨਾਲ ਫਿਰ ਤੋਂ ਲੜਾਈ ਕਰਨਾ ਸ਼ੁਰੂ ਕਰ ਦਿੰਦਾ ਹੈ, ਪਰ ਇਸ ਵਾਰ ਜੱਸੀ ਅੰਦਰ ਇੱਕ ਅਜੀਬ ਜਿਹੀ ਦਲੇਰੀ ਆ ਜਾਂਦੀ ਹੈ। ਉਹ ਰੂਪ ਦੀ ਹਰ ਹਰਕਤ ਦਾ ਮੋੜਵਾਂ ਜਵਾਬ ਦਿੰਦੀ ਹੈ ਅਤੇ ਜਦੋਂ ਰੂਪ ਜੱਸੀ ਨੂੰ ਕੁੱਟਣ ਲਈ ਸੋਟੀ ਚੁੱਕਦਾ ਹੈ ਤਾਂ ਜੱਸੀ ਉਸਦਾ ਹੱਥ ਰੋਕ ਲੈਂਦੀ ਹੈ। ਇਹ ਦੇਖ ਕੇ ਰੂਪ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਉਹ ਜੱਸੀ ਨੂੰ ਧੱਕੇ ਨਾਲ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦਾ ਹੈ, ਪਰ ਜੱਸੀ ਅੱਜ ਪਹਾੜ ਵਾਂਗ ਅੜ ਗਈ। ਜੱਸੀ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਉਸ ਵਿੱਚ ਕੋਈ ਅਜੀਬ ਸ਼ਕਤੀ ਆ ਗਈ ਹੁੰਦੀ ਹੈ, ਅਜਿਹੀ ਸ਼ਕਤੀ ਜਿਸ ਨੂੰ ਹੁਣ ਰੋਕਣਾ ਅਸੰਭਵ ਸੀ ਅਤੇ ਉਹ ਰੂਪ ਦੇ ਹੱਥੋਂ ਸੋਟੀ ਖੋਹ ਲੈਂਦੀ ਅਤੇ ਇਹ ਦੇਖ ਰੂਪ ਉਸਦੇ ਚਪੇੜ ਮਾਰਦਾ ਹੈ। ਇਸ ਤੋਂ ਬਾਅਦ ਜੱਸੀ ਦਾ ਕ੍ਰੋਧ ਆਪਣੀ ਹੱਦ ਤੋੜ ਦਿੰਦਾ ਹੈ। ਉਹ ਰੂਪ ਨੂੰ ਸੋਟੀ ਨਾਲ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਰੂਪ ਉਸਦੇ 1-2 ਵਾਰ ਦਾ ਝੱਲ ਲੈਂਦਾ, ਪਰ ਫਿਰ ਉਹ ਹੇਠਾਂ ਡਿੱਗ ਪੈਂਦਾ ਅਤੇ ਜੱਸੀ ਪਾਗਲਾਂ ਵਾਂਗ ਉਹਦੇ ਸੋਟੀਆਂ ਮਾਰ ਰਹੀ ਸੀ। ਰੂਪ ਦਰਦ ਨਾਲ ਚੀਖ ਰਿਹਾ ਸੀ ਅਤੇ ਜੱਸੀ ਨੂੰ ਗਾਲਾਂ ਵੀ ਕੱਢ ਰਿਹਾ ਸੀ। ਜੱਸੀ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਉਸ ਵਿੱਚ ਕੋਈ ਦੈਵਿਕ ਸ਼ਕਤੀ ਆ ਗਈ ਹੋਵੇ। ਸ਼ਾਇਦ ਇਸ ਵਾਰ ਜੱਸੀ ਆਪਣੇ ਲਈ ਨਹੀਂ, ਆਪਣੀ ਬੱਚੀ ਲਈ ਲੜ ਰਹੀ ਸੀ ਅਤੇ ਉਸ ਵਿੱਚ ਆਈ ਇਹ ਸ਼ਕਤੀ ਉਸਦੀ ਮਮਤਾ ਸੀ। ਉਹਨਾਂ ਦੀ ਇਹ ਲੜਾਈ ਨੂੰ ਉਹਨਾਂ ਦੇ ਆਂਢ ਗੁਆਂਢ ਦੇ ਲੋਕ ਰੋਕਦੇ ਹਨ ਅਤੇ ਲੋਕ ਜੱਸੀ ਨੂੰ ਹੀ ਬੁਰਾ ਭਲਾ ਕਹਿੰਦੇ। ਉਹ ਜੱਸੀ ਨੂੰ ਆਪਣੇ ਘਰ ਵਾਲੇ ਦੇ ਹੱਥ ਚੁੱਕਣ ਲਈ ਨਿੰਦਕ ਲੱਗਦੇ ਹਨ। ਪਰ ਜੱਸੀ ਹੁਣ ਲੋਕਾਂ ਦੀ ਪਰਵਾਹ ਨਹੀਂ ਕਰਦੀ। ਉਹ ਸਾਰਿਆਂ ਦੀਆਂ ਗੱਲਾਂ ਦਾ ਜਵਾਬ ਦਿੰਦੀ ਹੈ। ਕ੍ਰੋਧ ਵਿੱਚ ਆਈ ਉਹ ਕਹਿੰਦੀ ਹੈ ਕਿ ਜਦੋਂ ਰੂਪ ਉਸਨੂੰ ਜਾਨਵਰਾਂ ਜਿਵੇਂ ਕੁੱਟ ਰਿਹਾ ਸੀ ਤਾਂ ਉਦੋਂ ਲੋਕ ਕਿੱਥੇ ਸਨ? ਜਦੋਂ ਰੂਪ ਨੇ ਸਾਰਾ ਕੁਝ ਵੇਚ ਦਿੱਤਾ ਸੀ, ਉਦੋਂ ਕਿੱਥੇ ਸੀ? ਇਹ ਜੋ ਇਕੱਠ ਕਰਕੇ ਜੱਸੀ ਨੂੰ ਸਲਾਹਾਂ ਦੇ ਰਹੇ ਨੇ, ਇਹ ਲੋਕ ਉਦੋਂ ਕਿੱਥੇ ਲੁਕ ਜਾਂਦੇ ਨੇ ਜਦੋਂ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ? ਜਦੋਂ ਉਹ ਤੇ ਉਸਦੀ ਧੀ ਭੁੱਖੇ ਵਿੱਚ ਸੌਂਦੇ ਹਨ ਤਾਂ ਇਹ ਲੋਕ ਉਹਨਾਂ ਨੂੰ ਰੋਟੀ ਦੇਣ ਕਿਉਂ ਨਹੀਂ ਆਉਂਦੇ? ਜੱਸੀ ਜੋ ਇੰਨੇ ਵਕਤ ਤੋਂ ਇਹ ਸੰਤਾਪ ਚੱਲ ਰਹੀ ਹੈ, ਅੱਜ ਉਸਨੇ ਆਪਣੇ ਅੰਦਰ ਦੇ ਗੁੱਸੇ ਨੂੰ ਬਾਹਰ ਕੱਢਿਆ ਹੈ ਤਾਂ ਇਹ ਲੋਕ ਕਿੱਥੇ ਆ ਗਏ? ਇਹ ਲੋਕ ਜੋ ਉਸਨੂੰ ਮੱਤਾਂ ਦੇ ਰਹੇ ਹਨ,
ਇਹਨਾਂ ਨੇ ਕਦੋਂ ਕੋਸ਼ਿਸ਼ ਕੀਤੀ ਰੂਪ ਨੂੰ ਸਮਝਾਉਣ ਦੀ। ਜੱਸੀ ਦੇ ਇਹ ਸਵਾਲ ਹਰ ਇੱਕ ਦੇ ਮੂੰਹ ਉੱਪਰ ਇੱਕ ਕਰਾਰੀ ਚਪੇੜ ਸਨ, ਅਜਿਹੀ ਚਪੇੜ ਜਿਸ ਦੀ ਆਵਾਜ਼ ਇਸ ਖੋਖਲੇ ਸਮਾਜ ਦੇ ਲੋਕਾਂ ਦੇ ਕੰਨ ਪਾੜਦੀ ਸੀ। ਜੱਸੀ ਦਾ ਇਹ ਭੜਕਿਆ ਰੂਪ ਦੇਖ ਜ਼ਿਆਦਾਤਰ ਲੋਕ ਉਸਦੇ ਘਰੋਂ ਚਲੇ ਗਏ ਸਨ। ਬਾਕੀ ਜੱਸੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੱਸੀ ਕੁਝ ਸਮਾਂ ਸ਼ਾਂਤ ਰਹਿੰਦੀ ਹੈ, ਫਿਰ ਉਹ ਇੱਕ ਝੋਲੇ ਵਿੱਚ ਆਪਣੇ ਅਤੇ ਆਪਣੀ ਧੀ ਦੇ ਕੁਝ ਕੱਪੜੇ ਪਾਉਂਦੀ ਅਤੇ ਘਰੋਂ ਬਾਹਰ ਚਲੀ ਜਾਂਦੀ ਹੈ। ਉਹ ਬੱਸ 'ਤੇ ਪਹੁੰਚ ਜਾਂਦੀ ਅਤੇ ਆਪਣੇ ਪੇਕਿਆਂ ਵੱਲ ਜਾਣ ਵਾਲੀ ਬੱਸ ਦੀ ਉਡੀਕ ਕਰਨ ਲੱਗਦੀ ਹੈ। ਇਸ ਕਹਾਣੀ ਦਾ ਦੂਜਾ ਭਾਗ ਜਲਦ ਹੀ ਪੜ੍ਹਾਂਗੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਸਤਿ ਸ਼੍ਰੀ ਅਕਾਲ।